ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਮ ਅਵਗਣ ਭਰੇਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ ਭਰਮ ਪੈ ਭੁਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹੋ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਅੰਦਰ ਸੱਚਾ ਨਿਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰਪੁਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ਼ਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਐ ਊਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੁਕ੍ਰਿਤ ਕਰੀਐ ਸੰਤੋ ਰਾਮ ਨਾਮ ਨਿਸਤਰੀਐ ਊਠਤ ਬੈਠਤ ਹਰ ਹਰ ਧਿਆਈਐ
ਅਨ ਦਿਨ ਸੋ ਕ੍ਰਿਤ ਕਰੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਟਲ, ਚਬਰ ਛਤਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ ਸਾਹਿਬ ਕਮਾਲ, ਦਸਾਹੀਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਿਰਾਜਮਾਨ ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ, ਬੜੇ ਹੀ ਵੱਡਿਆਂ ਭਾਗਾਂ ਵਾਲੇ ਹੋ, ਜੋ ਕਿ ਰੋਜ਼ਾਨਾ ਦੀ ਤਰ੍ਹਾਂ ਨਿੱਤਾ ਪ੍ਰਤੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਿਰਾਜਮਾਨ ਹੋ ਕਰਕੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬੈਠ ਕਰਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੇ ਹੋ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਗੁਰੂ ਦੇ ਦਰਸ਼ਨ ਕਰਨ ਦੇ ਨਾਲ ਜੰਮਣ ਮਰਨ ਦੇ ਜਿਹੜੇ ਦੁੱਖ ਨੇ ਉਹ ਕੱਟੇ ਜਾਂਦੇ ਨੇ, ਤੇ ਨਾਲ ਹੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਸੁਣਦੇ ਹੋ। ਗੁਰਬਾਣੀ ਨੂੰ ਸੁਣਨ ਦੇ ਨਾਲ ਜਿਹੜਾ ਸਾਡਾ ਮਨ ਹੈ ਨਾ, ਉਹ ਸ਼ਾਂਤ ਹੋ ਜਾਂਦਾ ਹੈ। ਮਨ ਸਾਡਾ ਤ੍ਰਿਪਤ ਹੋ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ। ਤੇ ਨਾਲ ਹੀ ਆਪਾਂ ਗੁਰੂ ਘਰ ਦੀ ਸੇਵਾ ਵੀ ਕਰਦੇ ਹਾਂ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਹੋ ਜਾਏ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨੀ ਵੀ ਸਫਲ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਜੇ ਗੁਰੂ ਦੀ ਸੇਵਾ ਕਰ ਲਈਏ। ਤੇ ਨਾਲ ਹੀ ਪਾਤਸ਼ਾਹ ਜੀ ਸਾਨੂੰ ਇਹ ਵੀ ਸਮਝਾਉਂਦੇ ਨੇ ਕਿ ਸੇਵਾ ਕਿਹੜੀ ਕਰਨੀ ਹੈ, ਸੇਵਾ ਕਿੱਦਾਂ ਦੀ ਕਰਨੀ ਹੈ, ਤੇ ਸੇਵਾ ਕਿਵੇਂ ਕਰਨੀ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਸੇਵਾ ਵੀ ਉਹ ਕਰਨੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜੀ ਸੇਵਾ ਕਰਕੇ ਸਾਡਾ ਜਿਹੜਾ ਮਨ ਹੈ ਨਾ, ਉਹ ਗੁਰਬਾਣੀ ਦੇ ਨਾਲ ਜੁੜ ਜਾਵੇ, ਤੇ ਜਿਹੜੀ ਸੇਵਾ ਨੂੰ ਦੇਖ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਵੀ ਮਨ ਮੰਨ ਜਾਵੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਵੀ ਜਿਹੜਾ ਮਨ ਹੈ ਨਾ, ਉਹ ਪ੍ਰਸੰਨ ਹੋ ਜਾਵੇ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਜੇ ਗੁਰੂ ਜੀ ਸਾਡੀ ਸੇਵਾ ਤੋਂ ਪ੍ਰਸੰਨ ਹੋ ਗਏ ਨਾ, ਤੇ ਸਾਡੀ ਜਿਹੜੀ ਸੇਵਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਕੀਤੀ ਹੋਈ ਸਫਲ ਹੋ ਜਾਂਦੀ ਹੈ। ਜਿਵੇਂ ਭਾਈ ਜੱਗਾ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਰਹਿ ਕਰਕੇ ਸੇਵਾ ਕੀਤੀ ਗੁਰੂ ਪਿਆਰੀ ਸਾਧ ਸੰਗਤ ਜੀ, ਤੇ ਭਾਈ ਜੱਗਾ ਜੀ ਦੀ ਸੇਵਾ ਨੂੰ ਦੇਖ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਮਨ ਹੈ ਨਾ, ਉਹ ਪ੍ਰਸੰਨ ਹੋ ਗਿਆ। ਇਤਿਹਾਸ ਦੇ ਵਿੱਚ ਸਾਖੀ ਆਉਂਦੀ ਹੈ, ਭਾਈ ਜੱਗਾ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਰਹਿ ਕਰਕੇ ਸੇਵਾ ਕਰਦੇ ਨੇ। ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਭਾਈ ਜੱਗਾ ਜੀ ਸੇਵਾ ਕਿਹੜੀ ਕਰਦੇ ਨੇ, ਘੋੜਿਆਂ ਦੀ ਲਿੱਦ ਚੱਕ ਕੇ ਤੇ ਬਾਹਰ ਸੁੱਟਦੇ ਨੇ। ਘੋੜਿਆਂ ਨੂੰ ਖਰਖਰਾ ਕਰਦੇ ਨੇ, ਘੋੜਿਆਂ ਦੀ ਸੇਵਾ ਸੰਭਾਲ ਕਰਦੇ ਨੇ ਗੁਰੂ ਪਿਆਰੀ ਸਾਧ ਸੰਗਤ ਜੀ। ਤੇ ਜਦੋਂ ਵੀ ਭਾਈ ਜੱਗਾ ਜੀ ਘੋੜਿਆਂ ਦੀ ਲਿੱਦ ਟੋਕਰੇ 'ਚ ਪਾ ਕੇ ਆਪਣੇ ਸਿਰ ਦੇ ਉੱਤੇ ਰੱਖ ਕੇ ਤੇ ਬਾਹਰ ਸੁੱਟ ਕੇ ਆਉਂਦੇ ਨੇ, ਤੇ ਕੁਦਰਤੀ ਗੱਲ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਕੁਝ ਕੁ ਗੰਦਗੀ ਭਾਈ ਜੱਗਾ ਜੀ ਦੇ ਕੱਪੜਿਆਂ ਨੂੰ ਵੀ ਲੱਗ ਜਾਂਦੀ ਹੈ। ਸੇਵਾ ਬੜੀ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ ਤੇ ਸਤਿਕਾਰ ਦੇ ਨਾਲ ਭਾਈ ਜੱਗਾ ਜੀ ਕਰਦੇ ਨੇ। ਤੇ ਜਦੋਂ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਤਬੇਲੇ ਦੇ ਵੱਲ ਨੂੰ ਆਉਂਦੇ ਨੇ, ਤੇ ਭਾਈ ਜੱਗਾ ਜੀ ਨੂੰ ਸੇਵਾ ਕਰਦਿਆਂ ਦੇਖ ਕੇ ਬੜੇ ਪ੍ਰਸੰਨ ਹੁੰਦੇ ਨੇ, ਤੇ ਆ ਕੇ ਭਾਈ ਜੱਗਾ ਜੀ ਨੂੰ ਆਪਣੇ ਗਲੇ ਨਾਲ ਲਾ ਲੈਂਦੇ ਨੇ। ਤੇ ਨਾਲ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖ ਆਉਂਦੇ ਨੇ, ਦੇਖ ਕੇ ਬੜੇ ਹੈਰਾਨ ਹੁੰਦੇ ਨੇ ਕਿ ਭਾਈ ਜੱਗੇ ਦੇ ਕੱਪੜੇ ਵੀ ਮੈਲੇ ਨੇ,
ਸੇਵਾ ਕਰਦਿਆਂ ਨੂੰ ਵੀ ਬੜਾ ਥੋੜ੍ਹਾ ਚਿਰ ਹੋਇਆ ਏ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਵੀ ਆਉਂਦੇ ਨੇ ਭਾਈ ਜੱਗਾ ਜੀ ਨੂੰ ਗਲੇ ਨਾਲ ਲਾ ਲੈਂਦੇ ਨੇ। ਸਾਨੂੰ ਨਹੀਂ ਕਦੀ ਇਸ ਤਰ੍ਹਾਂ ਪਾਤਸ਼ਾਹ ਜੀ ਨੇ ਗਲੇ ਨਾਲ ਲਾਇਆ। ਸਾਨੂੰ ਸੇਵਾ ਕਰਦਿਆਂ ਨੂੰ ਵੀ ਬੜਾ ਚਿਰ ਹੋ ਗਿਆ ਏ, ਇੱਥੇ ਰਹਿੰਦਿਆਂ ਨੂੰ ਵੀ ਬੜਾ ਚਿਰ ਹੋ ਗਿਆ ਏ। ਮਨ ਦੇ ਵਿੱਚ ਨਾ ਈਰਖਾ ਕਰਨ ਲੱਗ ਪਏ ਤੇ ਇੱਕ ਦਿਨ ਵਿਉਂਤ ਬਣਾਈ। ਜਦੋਂ ਭਾਈ ਜੱਗਾ ਜੀ ਟੋਕਰਾ ਲਿੱਦ ਦਾ ਭਰ ਕੇ ਬਾਹਰ ਸੁੱਟਣ ਦੇ ਲਈ ਗਏ ਨਾ, ਤੇ ਉਹ ਸਿੱਖ ਵੀ ਪਿੱਛੇ ਚਲੇ ਗਏ ਤੇ ਭਾਈ ਜੱਗਾ ਜੀ ਨੂੰ ਬੜਾ ਕੁੱਟਿਆ। ਕੁੱਟ ਕੇ ਆਪਣੇ ਵੱਲੋਂ ਤਾਂ ਮਰਿਆ ਹੋਇਆ ਸੁੱਟ ਦਿੱਤਾ। ਗੁਰੂ ਪਿਆਰੀ ਸਾਧ ਸੰਗਤ ਜੀ, ਦਸਮੇਸ਼ ਪਾਤਸ਼ਾਹ ਅੰਤਰਜਾਮੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੌੜੇ ਨੇ ਤੇ ਨਾਲ ਹੀ ਸਿੱਖਾਂ ਨੂੰ ਆਖਿਆ ਕਿ ਜਾਓ ਭਾਈ, ਦੁੱਧ ਗਰਮ ਕਰਕੇ ਸਾਡੇ ਪਿੱਛੇ ਛੇਤੀ ਛੇਤੀ ਲੈ ਕੇ ਆਓ। ਜਿਸ ਜਗ੍ਹਾ ਤੇ ਭਾਈ ਜੱਗਾ ਜੀ ਨੂੰ ਗੁਰੂ ਪਿਆਰੀ ਸਾਧ ਸੰਗਤ ਜੀ ਮਾਰ ਕੇ ਕੁੱਟ ਕੇ ਸੁੱਟਿਆ ਹੋਇਆ ਸੀ ਨਾ, ਉਸ ਜਗ੍ਹਾ ਤੇ ਪਹੁੰਚੇ ਨੇ। ਭਾਈ ਜੱਗਾ ਜੀ ਦਾ ਮੂੰਹ ਸਾਫ਼ ਕੀਤਾ ਏ, ਉਹਨਾਂ ਦਾ ਸਿਰ ਆਪਣੇ ਪੱਟ ਤੇ ਰੱਖਿਆ, ਮੂੰਹ ਸਾਫ਼ ਕਰਕੇ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਭਾਈ ਜੱਗਾ ਜੀ ਨੂੰ ਦੁੱਧ ਪਿਲਾਇਆ। ਜਦੋਂ ਦੁੱਧ ਗਰਮ ਮੂੰਹ ਦੇ ਵਿੱਚ ਪਾਇਆ ਪਾਤਸ਼ਾਹ ਜੀ ਨੇ ਤੇ ਹੋਸ਼ ਆਈ, ਅੱਖਾਂ ਖੋਲ੍ਹੀਆਂ। ਭਾਈ ਜੱਗਾ ਜੀ ਨੇ ਕੀ ਦੇਖਿਆ? ਦਸਮੇਸ਼ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਮੇਰੇ ਕੋਲ ਬੈਠੇ ਨੇ। ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਭਾਈ ਜੱਗਾ ਜੀ ਦੱਸੋ ਤੁਹਾਨੂੰ ਕਿਹਨੇ ਮਾਰਿਆ ਏ, ਆਪਾਂ ਸਜ਼ਾ ਦੇਵਾਂਗੇ ਉਹਨਾਂ ਨੂੰ। ਤੇ ਭਾਈ ਜੱਗਾ ਜੀ ਆਖਣ ਲੱਗੇ, ਪਾਤਸ਼ਾਹ ਜੀ ਮੈਨੂੰ ਕਿਸੇ ਨੇ ਨਹੀਂ ਮਾਰਿਆ। ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੁੱਛਿਆ, ਨਹੀਂ ਭਾਈ ਜੱਗਾ ਜੀ ਦੱਸੋ ਤੁਹਾਨੂੰ ਕਿਹਨੇ ਮਾਰਿਆ, ਆਪਾਂ ਉਹਨਾਂ ਨੂੰ ਸਜ਼ਾ ਦੇਵਾਂਗੇ। ਤੇ ਫਿਰ ਹੱਥ ਜੋੜ ਕੇ ਭਾਈ ਜੱਗਾ ਜੀ ਕਹਿਣ ਲੱਗੇ, ਪਾਤਸ਼ਾਹ ਜੀ ਮੈਨੂੰ ਕਿਸੇ ਨੇ ਨਹੀਂ ਮਾਰਿਆ। ਤੀਸਰੀ ਵਾਰ ਜਦੋਂ ਫਿਰ ਪੁੱਛਿਆ ਪਾਤਸ਼ਾਹ ਜੀ ਨੇ ਤੇ ਭਾਈ ਜੱਗਾ ਜੀ ਕਹਿਣ ਲੱਗੇ, ਪਾਤਸ਼ਾਹ ਜੀ ਫਿਰ ਮੈਨੂੰ ਉਸ ਨੇ ਮਾਰਿਆ ਹੈ ਜਿਹਨੇ ਮੈਨੂੰ ਦੁੱਧ ਪਿਲਾਇਆ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਭਾਈ ਜੱਗਾ ਜੀ ਜੇ ਮਾਰਿਆ ਤੁਹਾਨੂੰ ਉਹਨੇ ਹੈ ਜਿਹਨੇ ਦੁੱਧ ਪਿਲਾਇਆ ਏ, ਤੇ ਦੁੱਧ ਤੇ ਤੁਹਾਨੂੰ ਅਸਾਂ ਪਿਲਾਇਆ ਏ। ਤੇ ਭਾਈ ਜੱਗਾ ਜੀ ਕਹਿਣ ਲੱਗੇ, ਪਾਤਸ਼ਾਹ ਜੀ ਜੇ ਦੁੱਧ ਪਿਲਾਉਣ ਵਾਲੇ ਤੁਸੀਂ ਹੋ ਤੇ ਮਾਰਨ ਵਾਲੇ ਵੀ ਤਾਂ ਤੁਸੀਂ ਹੋ, ਕਿਉਂਕਿ ਸਾਰਿਆਂ ਦੇ ਵਿੱਚ ਹੀ ਤੁਸੀਂ ਵਰਤਦੇ ਹੋ। ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਤੇ ਵਾਪਸ ਲੈ ਕੇ ਆਂਦਾ। ਅਗਲਾ ਦਿਨ ਹੋਇਆ, ਸਵੇਰ ਹੋਈ, ਦੀਵਾਨ ਲੱਗਾ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪੁੱਛਿਆ ਸਭਾ ਦੇ ਵਿੱਚ ਕਿ ਦੱਸੋ ਭਾਈ ਕੱਲ ਭਾਈ ਜੱਗਾ ਜੀ ਨੂੰ ਕਿਹਨੇ ਮਾਰਿਆ। ਤੇ ਜਿਹੜੇ ਸਿੱਖ ਜਿਹਨਾਂ ਨੇ ਭਾਈ ਜੱਗਾ ਜੀ ਨੂੰ ਮਾਰਿਆ ਸਨ ਸਾਹਮਣੇ ਆ ਗਏ ਤੇ ਸਤਿਗੁਰੂ ਜੀ ਨੇ ਕਾਰਨ ਪੁੱਛਿਆ ਤੇ ਉਹ ਸਿੱਖ ਕਹਿਣ ਲੱਗੇ, ਪਾਤਸ਼ਾਹ ਜੀ ਸਾਨੂੰ ਇਸ ਸਿੱਖ ਤੋਂ ਬੜੀ ਈਰਖਾ ਹੋਈ ਕਿ ਜਦੋਂ ਵੀ ਤੁਸੀਂ ਜਾਂਦੇ ਹੋ ਤੇ ਇਹਦੀ ਸੇਵਾ ਦੇਖ ਕੇ ਤੇ ਤੁਸੀਂ ਪ੍ਰਸੰਨ ਹੋ ਕੇ ਤੇ ਭਾਈ ਜੱਗਾ ਜੀ ਨੂੰ ਗਲੇ ਨਾਲ ਲਾ ਲੈਣਾ। ਇਹਨਾਂ ਦੇ ਕੱਪੜੇ ਵੀ ਵੈਲੇ ਹੁੰਦੇ ਸਨ, ਇਹਨਾਂ ਦੇ ਕੱਪੜਿਆਂ ਦੇ ਵਿੱਚੋਂ ਬਦਬੂ ਵੀ ਆਉਂਦੀ ਸੀ ਤੇ ਸਾਡੇ ਕੱਪੜੇ ਵੀ ਸੋਹਣੇ ਨੇ, ਸਾਡੇ ਕੋਲੋਂ ਕੋਈ ਬਦਬੂ ਵੀ ਨਹੀਂ ਆਉਂਦੀ ਤੇ ਸਾਨੂੰ ਹੋ ਵੀ ਇਹਦੇ ਨਾਲੋਂ ਜ਼ਿਆਦਾ ਸਮਾਂ ਤੁਹਾਡੇ ਕੋਲ ਰਹਿੰਦਿਆਂ ਹੋ ਗਿਆ, ਪਰ ਸਾਨੂੰ ਨਹੀਂ ਪਾਤਸ਼ਾਹ ਜੀ ਤੁਸੀਂ ਇਸ ਤਰ੍ਹਾਂ ਕਦੀ ਗਲ ਨਾਲ ਲਾਇਆ, ਜਿਹਦੇ ਕਰਕੇ ਸਾਡੇ ਮਨ ਦੇ ਵਿੱਚ ਬੜੀ ਈਰਖਾ ਹੋਈ ਤੇ ਅਸੀਂ ਭਾਈ ਜੱਗਾ ਜੀ ਨੂੰ ਕੁੱਟਿਆ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਸਿੱਖੋ ਮੈਂ ਤਨ ਦੀ ਸੁੰਦਰਤਾ ਨਹੀਂ ਦੇਖਦਾ, ਮੈਂ ਤਾਂ ਮਨ ਦੀ ਸੁੰਦਰਤਾ ਦੇਖਦਾ। ਭਾਈ ਜੱਗਾ ਜੀ ਦਾ ਸੇਵਾ ਕਰਕੇ ਮਨ ਇੰਨਾ ਸੁੰਦਰ ਹੋ ਗਿਆ ਏ ਕਿ ਮੈਨੂੰ ਇਹਦੇ ਕੱਪੜੇ ਮੈਲੇ ਦਿਖਦੇ ਹੀ ਨਹੀਂ, ਇਹਦੇ ਕੱਪੜਿਆਂ ਦੇ ਵਿੱਚੋਂ ਮੈਨੂੰ ਬਦਬੂ ਆਉਂਦੀ ਨਹੀਂ, ਜਿਹਦੇ ਕਰਕੇ ਇਹ ਮੈਨੂੰ ਭਾਈ ਜੱਗਾ ਜੀ ਬੜੇ ਪਿਆਰੇ ਲੱਗਦੇ ਨੇ ਸੇਵਾ ਕਰਦੇ ਹੋਏ। ਤੇ ਮੈਂ ਭਾਈ ਜੱਗਾ ਜੀ ਨੂੰ ਬੜਾ ਖੁਸ਼ ਹੋ ਕੇ ਗਲੇ ਨਾਲ ਲਾ ਲੈਣਾ। ਤੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਹੁੰਦੀ ਹੈ ਸੇਵਾ, ਜਿਹੜੀ ਸੇਵਾ ਗੁਰੂ ਦਾ ਮਨ ਖੁਸ਼ ਕਰ ਦਿੰਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸਾ ਸੇਵਾ ਕੀਤੀ ਸਫਲ ਹੈ। ਸੇਵਾ ਵੀ ਕੀਤੀ ਹੋਈ ਸਫਲ ਹੀ ਉਹ ਹੈ ਜਿਸ ਸੇਵਾ ਨੂੰ ਦੇਖ ਕੇ ਗੁਰੂ ਦਾ ਮਨ ਵੀ ਪ੍ਰਸੰਨ ਹੋ ਜਾਵੇ। ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਆਪ ਕਹੇ ਕਿ ਇਹ ਮੇਰਾ ਸਿੱਖ ਹੈ, ਇਹ ਮੇਰਾ ਸੇਵਾਦਾਰ ਹੈ। ਅਸੀਂ ਵੀ ਆਪਣੇ ਆਪ ਨੂੰ ਸੇਵਾਦਾਰ ਕਹਾਉਂਦੇ ਹਾਂ ਕਿ ਅਸੀਂ ਬੜੇ ਵੱਡੇ ਸੇਵਾਦਾਰ ਹਾਂ ਜੀ। ਥੋੜ੍ਹੀ ਜਿਹੀ ਸੇਵਾ ਕਰਕੇ ਅਸੀਂ ਫਿਰ ਲੋਕਾਂ ਨੂੰ ਨਾ ਦੱਸਦੇ ਫਿਰਦੇ ਹਾਂ ਕਿ ਮੈਂ ਅੱਜ ਸੇਵਾ ਕੀਤੀ ਗੁਰੂ ਘਰ ਜਾ ਕੇ।
ਮੈਂ ਅੱਜ ਝਾੜੂ ਫੇਰਿਆ, ਅੱਜ ਮੈਂ ਪੋਚਾ ਲਾਇਆ, ਮੈਂ ਆਹ ਸੇਵਾ ਕੀਤੀ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਦੱਸਦੇ ਫਿਰਦੇ ਹਾਂ, ਅਸੀਂ ਦੱਸਣ ਦੇ ਲਈ ਸੇਵਾ ਕਰਦੇ ਹਾਂ। ਕਈ ਤਾਂ ਸੇਵਾ ਹੀ ਉਦੋਂ ਕਰਦੇ ਨੇ ਜਦੋਂ 4 ਬੰਦੇ ਨਾ ਕੋਲ ਬੈਠੇ ਦੇਖਦੇ ਹੋਣ ਤੇ ਦੇਖਣ ਵਾਲਾ ਕਵੇ ਕਿ ਬੜੀ ਸੇਵਾ ਕਰਦਾ ਪਿਆ ਇਹ। ਪਰ ਗੁਰੂ ਪਿਆਰੀ ਸਾਧ ਸੰਗਤ ਜੀ, ਐਸੀ ਸੇਵਾ ਤੋਂ ਕਦੀ ਵੀ ਗੁਰੂ ਪ੍ਰਸੰਨ ਨਹੀਂ ਹੁੰਦਾ, ਕਿਉਂਕਿ ਐਸੀ ਸੇਵਾ ਤੇ ਦਿਖਾਵੇ ਦੇ ਲਈ ਹੈ। ਐਸੀ ਸੇਵਾ ਮਨ ਨੂੰ ਪ੍ਰਸੰਨ ਕਰਨ ਦੇ ਲਈ ਨਹੀਂ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ, ਸੇਵਾ ਵੀ ਕੀਤੀ ਉਹ ਸਫਲੀ ਹੈ ਜਿਹੜੀ ਸੇਵਾ ਨੂੰ ਦੇਖ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਮਨ ਪ੍ਰਸੰਨ ਹੋ ਜਾਵੇ। ਸਾ ਸੇਵਾ ਕੀਤੀ ਸਫਲ ਹੈ ਜਿਸ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਜਦੋਂ ਸਾਡੀ ਕੀਤੀ ਹੋਈ ਸੇਵਾ ਨੂੰ ਦੇਖ ਕੇ ਸਤਿਗੁਰ ਜੀ ਪ੍ਰਸੰਨ ਹੋ ਜਾਂਦੇ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਸਾਡੇ ਜਿਹੜੇ ਪਾਪ ਨੇ ਨਾ, ਸਾਡੇ ਜਿੰਨੇ ਵੀ ਦੋਖ ਨੇ, ਸਾਡੇ ਜਿੰਨੇ ਵੀ ਦੁੱਖ ਨੇ, ਰੋਗ ਨੇ, ਤਕਲੀਫਾਂ ਨੇ, ਉਹ ਸਾਰੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੂਰ ਕਰ ਦਿੰਦੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਚੰਗੇ ਭਾਗ ਨੇ ਜਿਹੜਾ ਕਿ ਆਪਾਂ ਰੋਜ਼ਾਨਾ ਹੀ ਗੁਰੂ ਘਰ ਦੀ ਹਾਜ਼ਰੀ ਭਰਦੇ ਹਾਂ, ਇੱਥੇ ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ, ਗੁਰੂ ਦੀ ਬਾਣੀ ਨੂੰ ਸੁਣਦੇ ਹਾਂ ਤੇ ਗੁਰੂ ਘਰ ਦੀ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਦਰਸ਼ਨ ਹੋਏ ਨੇ ਤੇ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਪੜ੍ਹੀਆਂ ਤੇ ਸੁਣੀਆਂ ਗਈਆਂ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਹੁਕਮਨਾਮਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਉਸ ਦੀ ਆਪਾਂ ਕਥਾ ਵਿਚਾਰ ਨੂੰ ਸਾਰੇ ਰਲ ਮਿਲ ਕਰਕੇ ਸਰਵਣ ਕਰੀਏ ਜੀ। ਆਪਣੀ ਰਸਨਾ ਕਰੋ ਪਵਿੱਤਰ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੋਰਠ ਮਹੱਲਾ ਪੰਜਵਾ। ਸੋਰਠ ਰਾਗਣੀ ਦਾ ਨਾਮ ਹੈ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਾਵਨ ਸ਼ਬਦ ਨੂੰ ਉਚਾਰਨ ਵਾਲੇ ਨੇ ਤੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਕਰਕੇ ਸਮਝਾਉਂਦੇ ਨੇ। ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਵਡਾਲੀ ਨਗਰ ਵਿਖੇ ਬਿਰਾਜਮਾਨ ਹੋ ਗਏ, ਗੁਰੂ ਪਿਆਰੀ ਸਾਧ ਸੰਗਤ ਜੀ ਪ੍ਰਿਥੀ ਚੰਦ ਦੀ ਈਰਖਾ ਨੂੰ ਦੇਖਦਿਆਂ ਹੋਇਆਂ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਵਡਾਲੀ ਨਗਰ ਤੋਂ ਅੰਮ੍ਰਿਤਸਰ ਸ਼ਹਿਰ ਆਏ ਤੇ ਗੁਰੂ ਕੀਆਂ ਸੰਗਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਲਈ ਪਹੁੰਚੀਆਂ ਨੇ ਤੇ ਨਾਲ ਹੀ ਗੁਰੂ ਕੀਆਂ ਸਿੱਖ ਸੰਗਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਸੁੱਖ ਸਾਂਦ ਪੁੱਛਦੇ ਨੇ ਕਿ ਪਾਤਸ਼ਾਹ ਜੀ ਕਿਵੇਂ ਠੀਕ ਹੋ। ਤੇ ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਉਪਦੇਸ਼ ਕਰਨ ਦੇ ਵਾਸਤੇ ਇਹ ਸ਼ਬਦ ਨੂੰ ਉਚਾਰਨ ਕੀਤਾ, ਗੁਰਪੂਰੈ ਕਿਰਪਾ ਧਾਰੀ। ਕਿ ਪੂਰਨ ਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਗੁਰੂ ਅੰਗਦ ਦੇਵ ਮਹਾਰਾਜ ਸਤਿਗੁਰੂ ਜੀ, ਗੁਰੂ ਅਮਰਦਾਸ ਮਹਾਰਾਜ ਜੀ ਤੇ ਸਾਡੇ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੀ ਸਾਡੇ ਤੇ ਬੜੀ ਕਿਰਪਾ ਰਹਿਮਤ ਬਖਸ਼ਿਸ਼ ਹੈ। ਪ੍ਰਭ ਪੂਰੀ ਲੋਚ ਹਮਾਰੀ। ਕਿ ਸਾਡੀ ਜਿਹੜੀ ਮਨ ਦੀ ਇੱਛਾ ਹੈ ਨਾ ਉਹ ਪੂਰੀ ਹੋ ਗਈ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਕਿਹੜੀ ਇੱਛਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ? ਅੰਮ੍ਰਿਤ ਸਰੋਵਰ ਵੀ ਪੱਕਾ ਹੋ ਗਿਆ, ਹਰਿਮੰਦਰ ਸਾਹਿਬ ਜੀ ਦੀ ਉਸਾਰੀ ਵੀ ਹੋ ਗਈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਦੀ ਵੀ ਤਿਆਰੀ ਹੋ ਗਈ ਤੇ ਘਰ ਦੇ ਵਿੱਚ ਪੁੱਤਰ ਨੇ ਵੀ ਜਨਮ ਲਿਆ ਹੈ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ ਕਿ ਪੂਰੇ ਗੁਰੂ ਦੀ ਕਿਰਪਾ ਹੋ ਗਈ ਹੈ, ਸਾਡੇ ਜਿਹੜੇ ਸਾਰੇ ਮਨ ਦੇ ਮਨੋਰਥ ਨੇ ਉਹ ਪੂਰੇ ਹੋ ਗਏ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਦੂਸਰੇ ਪਾਸੇ ਇਹ ਸ਼ਬਦ ਦਾ ਭਾਵ ਹੈ ਗੁਰਪੂਰੈ ਕਿਰਪਾ ਧਾਰੀ। ਜਦੋਂ ਪੂਰਾ ਗੁਰੂ ਕਿਰਪਾ ਕਰਦਾ ਹੈ, ਜਦੋਂ ਪੂਰਾ ਗੁਰੂ ਰਹਿਮਤ ਕਰਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਤੇ ਸਾਡੇ ਜਿਹੜੇ ਮਨ ਦੇ ਮਨੋਰਥ ਨੇ ਨਾ ਉਹ ਪੂਰੇ ਹੁੰਦੇ ਨੇ। ਕਰ ਇਸ਼ਨਾਨ ਗ੍ਰਹਿ ਆਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰ ਰਹੇ ਨੇ ਕਿ ਅਸੀਂ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਘਰ ਦੇ ਵਿੱਚ ਭਾਵ ਕਿ ਗੁਰੂ ਦੇ ਮਹਿਲਾਂ ਦੇ ਵਿੱਚ ਪਹੁੰਚੇ ਹਾਂ। ਜਿਹੜਾ ਨਾਮ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਨਿੱਜ ਘਰ ਦੇ ਵਿੱਚ ਪਹੁੰਚ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ। ਕਿਉਂਕਿ ਜਿੰਨਾ ਚਿਰ ਅਸੀਂ ਬਾਹਰ ਭਟਕਦੇ ਹਾਂ ਨਾ ਉਹਨਾਂ ਚਿਰ ਸਾਡੇ ਮਨ ਨੂੰ ਟਿਕਾਈ ਨਹੀਂ ਮਿਲਦੀ, ਸਾਡਾ ਮਨ ਭਟਕਦਾ ਹੀ ਰਹਿੰਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ।
ਤੇ ਜਦੋਂ ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ, ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ, ਜਦੋਂ ਸਾਨੂੰ ਨਾਮ ਮਿਲ ਜਾਂਦਾ ਹੈ, ਤੇ ਜਦੋਂ ਨਾਮ ਦੇ ਸਰੋਵਰ ਦੇ ਵਿੱਚ ਅਸੀਂ ਇਸ਼ਨਾਨ ਕਰਕੇ, ਗੁਰਬਾਣੀ ਦੇ ਨਾਮ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹਾਂ, ਤੇ ਸਾਨੂੰ ਟਿਕਾਣਾ ਮਿਲ ਜਾਂਦਾ ਹੈ ਗੁਰੂ ਪਿਆਰੇ ਸਾਧ ਸੰਗਤ ਜੀ। ਤੇ ਅਸੀਂ ਆਪਣੇ ਨਿਜ ਘਰ ਦੇ ਵਿੱਚ ਆ ਕੇ ਬਿਰਾਜਮਾਨ ਹੋ ਜਾਂਦੇ ਹਾਂ। ਸਾਨੂੰ ਇੱਕ ਟਿਕਾਣਾ ਮਿਲ ਜਾਂਦਾ ਹੈ, ਇੱਕ ਥਾਂ ਮਿਲ ਜਾਂਦੀ ਹੈ ਗੁਰੂ ਪਿਆਰੇ ਸਾਧ ਸੰਗਤ ਜੀ, ਜਿੱਥੇ ਆ ਕੇ ਸਾਡੀ ਜਿਹੜੀ ਭਟਕਣਾ ਹੈ ਨਾ, ਉਹ ਸਾਰੀ ਖਤਮ ਹੋ ਜਾਂਦੀ ਹੈ। ਅਨੰਦ ਮੰਗਲ ਸੁਖ ਪਾਏ। ਜਦੋਂ ਉਹ ਟਿਕਾਣਾ ਮਿਲ ਜਾਂਦਾ ਹੈ ਜਿੱਥੇ ਪਹੁੰਚ ਕੇ ਸਾਡੀ ਭਟਕਣਾ ਦੂਰ ਹੋ ਜਾਂਦੀ ਹੈ, ਤੇ ਉਦੋਂ ਫਿਰ ਆਨੰਦ ਵੀ ਆਉਂਦਾ ਹੈ, ਮੰਗਲ ਵੀ ਆਉਂਦੇ ਨੇ, ਤੇ ਸੁੱਖ ਵੀ ਮਿਲਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਆਖਿਆ ਕਿ ਸੰਗਤ ਜੀ, ਅਸੀਂ ਆਪਣੇ ਹੁਣ ਘਰ ਪਹੁੰਚੇ ਹਾਂ ਅੰਮ੍ਰਿਤਸਰ ਸਾਹਿਬ, ਤੇ ਸਾਨੂੰ ਬੜਾ ਆਨੰਦ ਮੰਗਲ ਤੇ ਬੜੀ ਖੁਸ਼ੀ ਹੋਈ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਸਾਡੇ ਮਨ ਦੇ ਮਨੋਰਥ ਵੀ ਪੂਰੇ ਹੋਏ ਨੇ, ਤੇ ਅਸੀਂ ਆਪਣੇ ਹੁਣ ਘਰ ਦੇ ਵਿੱਚ ਆਏ ਹਾਂ। ਕਿਉਂਕਿ ਜਦੋਂ ਪ੍ਰਿਥੀ ਚੰਦ ਈਰਖਾ ਕਰਦਾ ਸੀ ਨਾ, ਤੇ ਜਦੋਂ ਗੁਰੂ ਪਿਆਰੀ ਸਾਧ ਸੰਗਤ ਜੀ ਘਰ ਦੇ ਵਿੱਚ ਬੱਚੇ ਨੇ ਜਨਮ ਲੈਣਾ ਸੀ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਤੇ ਬੜੇ ਯਤਨ ਕੀਤੇ ਸਨ ਇਹਨੂੰ ਖਤਮ ਕਰ ਦਿੱਤਾ ਜਾਵੇ, ਪਰ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ ਹੈ। ਬੱਚੇ ਨੇ ਵੀ ਜਨਮ ਲੈ ਲਿਆ ਏ, ਤੇ ਸਾਰੇ ਮਨ ਦੇ ਮਨੋਰਥ ਵੀ ਪੂਰੇ ਹੋ ਗਏ ਨੇ ਗੁਰੂ ਪਿਆਰੀ ਸਾਧ ਸੰਗਤ ਜੀ। ਤੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਹੁਣ ਆਨੰਦ ਮੰਗਲ ਸੁਖ ਹੈ, ਸੰਤੋ ਰਾਮ ਨਾਮ ਨਿਸਤਰੀਐ। ਇਸੇ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਕਲਯੁਗੀ ਜੀਵਾਂ ਨੂੰ ਉਪਦੇਸ਼ ਕਰਕੇ ਸਮਝਾਉਂਦੇ ਨੇ ਕਿ ਹੇ ਭਾਈ ਰੱਬ ਦੇ ਪਿਆਰਿਓ, ਤੁਸੀਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਨਾਮ ਦੇ ਨਾਲ ਜੁੜ ਜਾਵੋ। ਕਿਉਂਕਿ ਗੁਰਬਾਣੀ ਸਾਨੂੰ ਨਾਮ ਦੇ ਨਾਲ ਹੀ ਜੋੜਦੀ ਹੈ, ਗੁਰਬਾਣੀ ਸਾਨੂੰ ਚੰਗੇ ਕਰਮਾਂ ਦੇ ਨਾਲ ਜੋੜਦੀ ਹੈ। ਜਿਹੜੀ ਗੁਰੂ ਦੀ ਬਾਣੀ ਹੈ ਨਾ, ਇਹ ਸਾਨੂੰ ਬੁਰੇ ਕੰਮਾਂ ਤੋਂ ਬਚਾਉਂਦੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ। ਬੁਰੇ ਕਰਮਾਂ ਤੋਂ ਬਚਣ ਦਾ ਤਰੀਕਾ ਵੀ ਦੱਸਦੀ ਹੈ, ਜੁਗਤੀ ਵੀ ਦੱਸਦੀ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਕਰਕੇ ਸਮਝਾਉਂਦੇ ਨੇ ਕਿ ਇਹ ਭਾਈ ਰੱਬ ਦੇ ਪਿਆਰਿਓ, ਤੁਸੀਂ ਵੀ ਪਰਮਾਤਮਾ ਜੀ ਦਾ ਨਾਮ ਜਪੋ, ਤੁਸੀਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦਾ ਨਾਮ ਜਪੋ, ਕਿਉਂਕਿ ਉਹਦੇ ਜਪਣ ਦੇ ਕਰਕੇ ਹੀ ਸਾਡਾ ਨਿਸਤਾਰਾ ਹੁੰਦਾ ਹੈ। ਨਿਸਤਰੀਐ, ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਨਾਮ ਨੂੰ ਜਪ ਕੇ ਹੀ ਭਵਜਲ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਗੁਰੂ ਪਿਆਰੀ ਸਾਧ ਸੰਗਤ ਜੀ। ਨਹੀਂ ਤਾਂ ਇਹ ਜਿਹੜਾ ਭਵਜਲ ਸੰਸਾਰ ਸਮੁੰਦਰ ਹੈ ਨਾ, ਇਹ ਬੜਾ ਹੀ ਪਾਰ ਕਰਨਾ ਬੜਾ ਕਠਿਨ ਹੈ, ਬੜਾ ਔਖਾ ਹੈ। ਪਾਤਸ਼ਾਹ ਜੀ ਬਾਣੀ ਅੰਦਰ ਫਰਮਾਨ ਕਰਦੇ ਨੇ, ਮਨ ਦੇ ਸੰਸਾਰ ਅੰਧ ਗਹਿਰਾ। ਹੇ ਮਨਾ, ਇਹ ਜਿਹੜਾ ਸੰਸਾਰ ਹੈ ਨਾ, ਇਹ ਬੜੇ ਘੁੱਪ ਹਨੇਰੇ ਵਰਗਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ। ਜਿਵੇਂ ਹਨੇਰੇ ਦੇ ਵਿੱਚ ਸਾਨੂੰ ਕੁਝ ਨਹੀਂ ਨਾ ਦਿਖਦਾ, ਅਸੀਂ ਟੱਕਰਾਂ ਖਾਂਦੇ ਹਾਂ, ਇਵੇਂ ਇਹ ਸੰਸਾਰ ਵੀ ਇੱਕ ਹਨੇਰੇ ਦੀ ਤਰ੍ਹਾਂ ਹੈ। ਜਦੋਂ ਤੱਕ ਸਾਨੂੰ ਚੰਗਾ ਗਿਆਨ ਨਾ ਮਿਲੇ, ਚੰਗੀ ਸਿੱਖਿਆ ਨਾ ਮਿਲੇ, ਅਸੀਂ ਵੀ ਇਹ ਸੰਸਾਰ ਦੇ ਵਿੱਚ ਭਟਕਦੇ ਹੀ ਰਹਿੰਦੇ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ। ਆਵਣ ਜਾਣ ਲੱਗਾ ਹੀ ਰਹਿੰਦਾ ਏ, ਕਦੀ ਜੰਮਦਾ ਮਰਦਾ ਏ, ਚੌਹੋਂ ਦਿਸ ਪਸਰੋ ਹੈ ਜੰਮ ਜੇਵਰਾ। ਹਰ ਪਾਸੇ ਪਾਤਸ਼ਾਹ ਜੀ ਕਹਿੰਦੇ ਨੇ ਜਮਾਂ ਦਾ ਹੀ ਪਸਾਰਾ ਏ। ਹਰ ਪਾਸੇ ਜਮਾਂ ਨੇ ਆਪਣਾ ਘੇਰਾ ਪਾਇਆ ਹੋਇਆ, ਆਪਣਾ ਜਾਲ ਪਾਇਆ ਹੋਇਆ ਹਰ ਪਾਸੇ ਗੁਰੂ ਪਿਆਰੀ ਸਾਧ ਸੰਗਤ ਜੀ। ਕਿਉਂਕਿ ਆਪਾਂ ਦੇਖਦੇ ਹਾਂ ਰੋਜ਼ਾਨਾ ਹੀ ਲੱਖਾਂ ਦੀ ਤਾਦਾਦ ਦੇ ਵਿੱਚ ਇਨਸਾਨ ਜੰਮਦੇ ਵੀ ਨੇ, ਅਤੇ ਲੱਖਾਂ ਦੀ ਤਾਦਾਦ ਦੇ ਵਿੱਚ ਇਨਸਾਨ ਮਰਦੇ ਵੀ ਨੇ। ਉਹ ਤਾਂ ਹੀ ਮਰਦੇ ਨੇ ਕਿਉਂਕਿ ਜਮਾਂ ਨੇ ਜਾਲ ਪਾਇਆ ਹੋਇਆ ਗੁਰੂ ਪਿਆਰੀ ਸਾਧ ਸੰਗਤ ਜੀ। ਜਿਵੇਂ ਪਾਣੀ ਦੇ ਵਿੱਚ ਮੱਛੀਆਂ ਰਹਿੰਦੀਆਂ ਨੇ ਨਾ, ਅਤੇ ਜਿਹੜਾ ਮੱਛੀ ਨੂੰ ਫੜਨ ਵਾਲਾ ਸ਼ਿਕਾਰੀ ਹੈ, ਉਹ ਆਪਣਾ ਜਾਲ ਪਾਉਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ। ਅਤੇ ਜਿਹੜੀ ਮੱਛੀ ਜਾਲ ਦੇ ਅੰਦਰ ਆ ਜਾਂਦੀ ਹੈ, ਉਹ ਫਸ ਜਾਂਦੀ ਹੈ, ਅਤੇ ਉਹਨੂੰ ਫਿਰ ਸ਼ਿਕਾਰੀ ਬਾਹਰ ਕੱਢ ਕੇ ਮਾਰ ਦਿੰਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ। ਇਵੇਂ ਹੀ ਜਮਾਂ ਨੇ ਵੀ ਹਰ ਪਾਸੇ ਜਾਲ ਪਾਇਆ ਹੋਇਆ ਹੈ। ਜਿਹਦੀ ਵਾਰੀ ਆ ਜਾਂਦੀ ਹੈ, ਉਹ ਜਾਲ ਦੇ ਵੱਲ ਨੂੰ ਭੱਜਿਆ ਹੀ ਆਉਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਅਤੇ ਉਹਦੀ ਮੌਤ ਹੋ ਜਾਂਦੀ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਪਰਮਾਤਮਾ ਜੀ ਦੇ ਨਾਮ ਨੂੰ ਜਪ ਕੇ ਹੀ ਇਹ ਭਵਜਲ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦੇ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ। ਨਹੀਂ ਤਾਂ ਇਹ ਸੰਸਾਰ ਦੇ ਵਿੱਚ ਦਿਖਦਾ ਕੁਝ ਨਹੀਂ ਹੈ। ਬਿਨਾਂ ਨਾਮ ਤੋਂ, ਬਿਨਾਂ ਸਿਮਰਨ ਤੋਂ ਸਾਨੂੰ ਦਿਖਾਈ ਕੁਝ ਵੀ ਨਹੀਂ ਦਿੰਦਾ। ਇਹੋ ਜਗ ਧੂਏ ਕਾ ਪਹਾੜ, ਇਹ ਸੰਸਾਰ ਤੇ ਇੱਕ ਧੂਏ ਦੇ ਪਹਾੜ ਦੀ ਤਰ੍ਹਾਂ ਹੈ ਗੁਰੂ ਪਿਆਰੀ ਸਾਧ ਸੰਗਤ ਜੀ। ਜਿਵੇਂ ਪਹਾੜ ਦੇ ਉੱਤੇ ਧੂਆਂ ਛਾਇਆ ਹੋਵੇ ਨਾ,
ਧੁੰਦ ਜੀ ਛਾਈ ਹੋਵੇ ਤੇ ਕੁਝ ਵੀ ਨਹੀਂ ਦਿਖਦਾ, ਤੈ ਸਾਚਾ ਮਾਨਿਆ ਇਹ ਵਿਚਾਰ। ਪਾਤਸ਼ਾਹ ਜੀ ਕਹਿੰਦੇ ਨੇ ਸੰਸਾਰ ਤੇ ਇੱਕ ਧੂਏਂ ਦੇ ਪਹਾੜ ਦੀ ਤਰ੍ਹਾਂ ਹੈ। ਜਿਵੇਂ ਧੂਏਂ ਦਾ ਪਹਾੜ ਬਣ ਜਾਵੇ ਤੇ ਆਪਾਂ ਕਹਿੰਦੇ ਸ਼ਾਇਦ ਇਹ ਵਾਕਈ ਪਹਾੜ ਹੀ ਹੈ, ਪਰ ਇਹ ਹੁੰਦਾ ਧੂਏਂ ਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਹੁੰਦਾ ਝੂਠਾ ਏ। ਜਦੋਂ ਹਵਾ ਚੱਲਦੀ ਹੈ ਤੇ ਉਹ ਪਹਾੜ ਖਤਮ ਹੋ ਜਾਂਦਾ ਹੈ, ਪਰ ਅਸੀਂ ਉਸ ਨੂੰ ਦੇਖ ਕੇ ਸੱਚ ਮੰਨ ਲੈਂਦੇ ਹਾਂ। ਇਵੇਂ ਹੀ ਇਹ ਸੰਸਾਰ ਵੀ ਇੱਕ ਧੂਏਂ ਦੇ ਪਹਾੜ ਦੀ ਤਰ੍ਹਾਂ ਹੈ, ਨਾਸਵਾਨ ਹੈ, ਖਤਮ ਹੋ ਜਾਣ ਵਾਲਾ ਹੈ। ਪਰ ਕਲਯੁਗੀ ਜਿਹੜਾ ਜੀਵ ਹੈ ਨਾ, ਇਸੇ ਨੂੰ ਹੀ ਸੱਚ ਮੰਨਦਾ, ਇਸੇ ਨੂੰ ਹਕੀਕਤ ਮੰਨਦਾ ਹੈ, ਤੇ ਉਸ ਹਨੇਰੇ ਦੇ ਵਿੱਚ ਐਸਾ ਫਸਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਕਿ ਜਮਾਂ ਦੀ ਫਾਹੀ ਤੱਕ ਪਹੁੰਚ ਜਾਂਦਾ ਹੈ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਇਸ ਜਮਾਂ ਦੀ ਫਾਹੀ ਤੋਂ ਬਚਾਉਣ ਦੇ ਲਈ ਉਪਦੇਸ਼ ਕਰਦੇ ਨੇ ਕਿ ਸੰਤੋ ਰਾਮ ਨਾਮ ਨਿਸਤਰੀਐ, ਕਿ ਇਹ ਭਾਈ ਤੁਸੀਂ ਵੀ ਪਰਮਾਤਮਾ ਦੇ ਨਾਮ ਨੂੰ ਜਪੋ ਤੇ ਤੁਹਾਡਾ ਵੀ ਭਲਾ ਹੋ ਜਾਵੇਗਾ, ਤੁਸੀਂ ਵੀ ਭਵਜਲ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੋਗੇ। ਤੇ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਨਾਮ ਨੂੰ ਜਪਣਾ ਕਿਵੇਂ ਆ? ਕਿਉਂਕਿ ਇਹ ਵੀ ਗੱਲ ਬਹੁਤ ਵੱਡੀ ਹੈ। ਕਿਉਂਕਿ ਸਾਨੂੰ ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ ਨਾਮ ਦੇ ਵਿੱਚ ਬੜਾ ਭੇਦ ਹੈ ਗੁਰੂ ਪਿਆਰੀ ਸਾਧ ਸੰਗਤ ਜੀ। ਨਾਮ ਨੂੰ ਜਪਣ ਦੇ ਤਰੀਕਿਆਂ ਦੇ ਬਾਰੇ ਸਾਨੂੰ ਬੜਾ ਠੱਗਿਆ ਜਾਂਦਾ ਹੈ। ਕੋਈ ਕਿਸੇ ਤਰੀਕੇ ਨਾਲ ਨਾਮ ਜਪਣ ਦੇ ਲਈ ਕਹਿੰਦਾ ਹੈ, ਕੋਈ ਕਿਸੇ ਤਰੀਕੇ ਨਾਲ ਕਹਿੰਦਾ ਹੈ, ਕੋਈ ਕਹਿੰਦਾ ਦੱਸਣਾ ਨਹੀਂ ਕਿਸੇ ਨੂੰ, ਕੋਈ ਕਹਿੰਦਾ ਆਹ ਵੇਲੇ ਨਾਮ ਜਪਣਾ ਹੈ, ਕੋਈ ਕਹਿੰਦਾ ਨਾਮ ਜਪਣ ਦਾ ਵੇਲਾ ਇਹ ਹੈ, ਕੋਈ ਕਹਿੰਦਾ ਇੱਥੇ ਬੈਠ ਕੇ ਨਾਮ ਜਪੋ, ਕੋਈ ਕਹਿੰਦਾ ਇਸ ਤਰ੍ਹਾਂ ਨਾਮ ਜਪੋ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਨਾਮ ਜਪਣਾ ਜ਼ਰੂਰੀ ਹੈ। ਤੇ ਜਪਣਾ ਕਿਵੇਂ ਹੈ? ਉਠਤ ਬੈਠਤ ਹਰ ਹਰ ਧਿਆਈਐ। ਉੱਠਦਿਆਂ ਬਹਿੰਦਿਆਂ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਨਾਮ ਨੂੰ ਧਿਆਈਏ, ਹਰ ਵੇਲੇ ਪਰਮਾਤਮਾ ਜੀ ਦੇ ਨਾਮ ਦੇ ਵਿੱਚ ਜੁੜੇ ਰਹੀਏ। ਉੱਠਦਿਆਂ ਬਹਿੰਦਿਆਂ ਸੁੱਤਿਆਂ ਹਰ ਵੇਲੇ ਪਰਮਾਤਮਾ ਜੀ ਦੇ ਨਾਮ ਨੂੰ ਧਿਆਈਏ ਗੁਰੂ ਪਿਆਰੀ ਸਾਧ ਸੰਗਤ ਜੀ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਨਾਮ ਨੂੰ ਜਪ ਕੇ ਉਸ ਨਾਮ ਦੇ ਲਾਹੇ ਨੂੰ ਪ੍ਰਾਪਤ ਕਰ ਲਈਏ। ਉਠਤ ਬੈਠਤ ਸੋਵਤ ਨਾਮ। ਪਾਤਸ਼ਾਹ ਜੀ ਫਰਮਾਨ ਕਰਦੇ ਨੇ ਉੱਠਦਿਆਂ ਬਹਿੰਦਿਆਂ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਨਾਮ ਨੂੰ ਜਪੀਏ। ਕਹੋ ਨਾਨਕ ਜਨ ਕੈ ਸਦ ਕਾਮ। ਇਹ ਰੱਬ ਦੇ ਪਿਆਰਿਆਂ ਦਾ ਇਹੀ ਕਰਮ ਹੁੰਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ। ਨਾਮ ਜਪਣ ਦਾ ਕੋਈ ਖਾਸ ਵੇਲਾ ਨਹੀਂ ਹੈ। ਉੱਠਦਿਆਂ ਬਹਿੰਦਿਆਂ ਕਦੋਂ ਵੀ ਆਪਾਂ ਪਰਮਾਤਮਾ ਜੀ ਦੇ ਨਾਮ ਨੂੰ ਜਪ ਸਕਦੇ ਹਾਂ। ਭਗਤ ਤਰਲੋਚਨ ਜੀ ਭਗਤ ਨਾਮਦੇਵ ਜੀ ਨੂੰ ਮਿਲਣ ਦੇ ਲਈ ਆਏ ਗੁਰੂ ਪਿਆਰੀ ਸਾਧ ਸੰਗਤ ਜੀ। ਜਦੋਂ ਭਗਤ ਤਰਲੋਚਨ ਜੀ ਆਏ ਨਾ ਭਗਤ ਨਾਮਦੇਵ ਜੀ ਨੂੰ ਮਿਲਣ, ਤੇ ਕੀ ਦੇਖਿਆ ਕਿ ਭਗਤ ਨਾਮਦੇਵ ਜੀ ਆਪਣੀ ਕਿਰਤ ਕਰਦੇ ਨੇ। ਕੱਪੜੇ ਸਿਉਣਾ ਉਹਨਾਂ ਦਾ ਕਿਰਤ ਸੀ ਤੇ ਉਹ ਆਪਣੀ ਕਿਰਤ ਦੇ ਵਿੱਚ ਲੱਗੇ ਹੋਏ ਨੇ। ਤੇ ਆਪਾਂ ਬਹੁਤਾ ਤਾਂ ਕੋਈ ਕੰਮ ਕਰਦਾ ਹੋਵੇ ਨਾ ਤੇ ਆਪਾਂ ਕਹਿੰਦੇ ਇਹ ਬੜਾ ਕੰਮ ਆ, ਇਹਨੂੰ ਬੜੀ ਮਾਇਆ ਦੀ ਲੋੜ ਹੈ, ਬੜੇ ਪੈਸੇ ਦੀ ਲੋੜ ਹੈ। ਇਹ ਤਾਂ ਪੈਸੇ ਦੇ ਵੱਲ ਦੌੜਾ ਹੀ ਫਿਰਦਾ ਹੈ, ਹਰ ਵੇਲੇ ਪੈਸੇ ਨੂੰ ਕਮਾਉਣ ਦੇ ਵਿੱਚ ਹੀ ਲੱਗਾ ਰਹਿੰਦਾ ਹੈ। ਤੇ ਭਗਤ ਨਾਮਦੇਵ ਜੀ ਨੂੰ ਕਿਰਤ ਕਰਦਿਆਂ ਦੇਖ ਕੇ ਭਗਤ ਤਰਲੋਚਨ ਜੀ ਕਹਿਣ ਲੱਗੇ, ਨਾਮਾ ਮਾਇਆ ਮੋਹਿਆ ਕਹਿ ਤਰਲੋਚਨ ਮੀਤ, ਕਾਹੇ ਛੀਪੋ ਛਾਇ ਲੈ ਰਾਮ ਨਾ ਲਾਵੋ ਚੀਤ। ਭਗਤ ਤਰਲੋਚਨ ਜੀ ਕਹਿਣ ਲੱਗੇ, ਭਗਤ ਨਾਮਦੇਵ ਜੀ ਤੁਸੀਂ ਤਾਂ ਮਾਇਆ ਦੇ ਮੋਹ ਦੇ ਵਿੱਚ ਫਸੇ ਹੋਏ ਹੋ, ਮਾਇਆ ਨੂੰ ਕਮਾਉਣ ਦੇ ਵਿੱਚ ਲੱਗੇ ਹੋਏ ਹੋ, ਪਰਮਾਤਮਾ ਜੀ ਦੇ ਨਾਮ ਨੂੰ ਕਿਉਂ ਨਹੀਂ ਜਪਦੇ? ਤੇ ਭਗਤ ਨਾਮਦੇਵ ਜੀ ਕਹਿਣ ਲੱਗੇ, ਨਾਮਾ ਕਹਿ ਤਰਲੋਚਨਾ ਮੁਖ ਤੇ ਰਾਮ ਸੰਭਾਲ। ਭਗਤ ਨਾਮਦੇਵ ਜੀ ਕਹਿਣ ਲੱਗੇ, ਭਗਤ ਤਰਲੋਚਨ ਜੀ ਇਹ ਜਿਹੜੀ ਸਾਡੀ ਜ਼ੁਬਾਨ ਹੈ ਨਾ, ਇਹ ਪਰਮਾਤਮਾ ਜੀ ਦੇ ਨਾਮ ਨੂੰ ਜਪਣ ਦੇ ਲਈ ਹੈ। ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਹੱਥ ਪੈਰ ਸਾਨੂੰ ਕੰਮ ਕਰਨ ਦੇ ਲਈ ਦਿੱਤੇ ਨੇ, ਇਹਦੇ ਕਰਕੇ ਇਹਨਾਂ ਦੇ ਨਾਲ ਕੰਮ ਕਰਦੇ ਹਾਂ। ਸਾਡਾ ਜਿਹੜਾ ਚਿੱਤ ਹੈ ਨਾ, ਉਹ ਤਾਂ ਪਰਮਾਤਮਾ ਜੀ ਦੇ ਨਾਮ ਦੇ ਨਾਲ ਜੁੜਿਆ ਹੋਇਆ ਹੈ। ਜਿਹਦੇ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਵੀ ਸਾਨੂੰ ਸਮਝਾਉਂਦੇ ਨੇ ਕਿ ਆਪਣੀ ਕਿਰਤ ਕਰਦਿਆਂ ਵੀ ਆਪਾਂ ਪਰਮਾਤਮਾ ਜੀ ਦੇ ਨਾਮ ਨੂੰ ਜਪ ਸਕਦੇ ਹਾਂ। ਆਪਾਂ ਕੋਈ ਵੀ ਕੰਮ ਕਰਦੇ ਹਾਂ ਉਦੋਂ ਵੀ ਪਰਮਾਤਮਾ ਦੇ ਨਾਮ ਨੂੰ ਜਪ ਸਕਦੇ ਹਾਂ। ਉਠਤ ਬੈਠਤ ਹਰ ਹਰ ਧਿਆਈਐ। ਉੱਠਦਿਆਂ ਬਹਿੰਦਿਆਂ ਹਰ ਵੇਲੇ ਪਰਮਾਤਮਾ ਜੀ ਦੇ ਨਾਮ ਨੂੰ ਧਿਆਈਐ। ਅਨ ਦਿਨ ਸੋ ਕਿਰਤ ਕਰੀਏ, ਦਿਨ ਰਾਤ ਚੰਗੀ ਕਿਰਤ ਕਰੀਏ, ਭਾਵ ਕਿ ਚੰਗੇ ਕਰਮ ਕਰੀਏ। ਕਿਉਂਕਿ ਚੰਗੇ ਕਰਮਾਂ ਦੇ ਨਾਲ ਹੀ ਅਸੀਂ ਭਵਜਲ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦੇ ਹਾਂ। ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਫਿਰ ਫਰਮਾਨ ਕਰਦੇ ਨੇ, ਸੰਤ ਕਾ ਮਾਰਗ ਧਰਮ ਕੀ ਪੌੜੀ।
ਜਿਹੜਾ ਰੱਬ ਦਾ ਮਾਰਗ ਹੈ ਨਾ ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜਾ ਸਤਸੰਗਤ ਵਾਲਾ ਰਸਤਾ ਹੈ, ਜਿਹੜਾ ਸਤਸੰਗਤ ਦੇ ਰਸਤੇ 'ਤੇ ਚੱਲਦਾ ਹੈ ਨਾ, ਸਤਸੰਗਤ 'ਤੇ ਚੱਲ ਕੇ ਸਾਨੂੰ ਧਰਮ ਦੇ ਬਾਰੇ ਪਤਾ ਲੱਗਦਾ ਹੈ। ਕਿਉਂਕਿ ਇਹ ਧਰਮ ਦੀ ਪੌੜੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਸਤਸੰਗਤ। ਜਦੋਂ ਆਪਾਂ ਸਤਸੰਗਤ ਦੇ ਵਿੱਚ ਆਉਂਦੇ ਹਾਂ, ਬਾਣੀ ਸੁਣਦੇ ਹਾਂ, ਗੁਰਬਾਣੀ ਦੀ ਵਿਚਾਰ ਨੂੰ ਸੁਣਦੇ ਹਾਂ, ਅਤੇ ਸਾਨੂੰ ਪਤਾ ਲੱਗਦਾ ਹੈ ਕਿ ਗੁਰਬਾਣੀ ਸਾਨੂੰ ਕੀ ਕਹਿੰਦੀ ਹੈ, ਗੁਰਬਾਣੀ ਕਿਹੜੇ ਕਰਮ ਕਰਨ ਦੇ ਲਈ ਪ੍ਰੇਰਦੀ ਹੈ, ਗੁਰਬਾਣੀ ਦੇ ਰਾਹੀਂ ਸਾਨੂੰ ਉਪਦੇਸ਼ ਕੀ ਮਿਲਦਾ ਹੈ, ਇਨਸਾਨ ਦਾ ਜਨਮ ਕਿਉਂ ਸੰਸਾਰ ਦੇ ਵਿੱਚ ਹੋਇਆ ਹੈ, ਸੰਸਾਰ ਦੇ ਵਿੱਚ ਆ ਕੇ ਅਸੀਂ ਕਰਨਾ ਕੀ ਹੈ, ਅਤੇ ਅਸੀਂ ਕੀ ਕਰਦੇ ਹਾਂ, ਅਸੀਂ ਕਿਹੜੇ ਕੰਮ ਕਰਦੇ ਹਾਂ। ਅਤੇ ਜਦੋਂ ਇਸ ਗੱਲ ਨੂੰ ਕੰਪੇਅਰ ਕਰਦਾ ਹੈ ਨਾ, ਅਤੇ ਫਿਰ ਪਤਾ ਲੱਗ ਜਾਂਦਾ ਕਿ ਅਸੀਂ ਇਹ ਕਰਮ ਨਹੀਂ ਕਰਨ ਦੇ ਲਈ ਆਏ, ਅਸੀਂ ਤਾਂ ਆਇਓ ਸੁਣਨ ਪੜ੍ਹਨ ਕੋ ਬਾਣੀ, ਅਸੀਂ ਤਾਂ ਬਾਣੀ ਨੂੰ ਸੁਣਨ ਪੜ੍ਹਨ ਦੇ ਲਈ ਆਏ ਹਾਂ। ਰੋਜ਼ਾਨਾ ਹੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਭਈ ਪ੍ਰਾਪਤ ਮਾਨੁਖ ਦਿਵ ਹਰੀਆ, ਗੋਬਿੰਦ ਮਿਲਣ ਕੀਹੇ ਤਰੀ ਵਰੀਆ, ਅਬਰ ਕਾਜ ਤਰਕਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੋਰ ਕੰਮ ਜਿੰਨੇ ਮਰਜ਼ੀ ਕਰ ਲਓ, ਪਰ ਕੋਈ ਵੀ ਕੰਮ ਸਾਡੇ ਕੰਮ ਨਹੀਂ ਆਉਣਾ। ਇਹ ਪਰਮਾਤਮਾ ਜੀ ਦਾ ਨਾਮ ਹੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜਾ ਇੱਥੇ ਵੀ ਸਾਡੇ ਕੰਮ ਆਉਂਦਾ ਹੈ ਅਤੇ ਉੱਥੇ ਵੀ ਸਾਡੇ ਕੰਮ ਆਉਂਦਾ। ਇਸ ਕਰਕੇ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਤੂੰ ਹੋਰ ਕੰਮਾਂ ਨੂੰ ਛੱਡ ਕੇ ਪਰਮਾਤਮਾ ਦੇ ਨਾਮ ਨੂੰ ਜਪ। ਅਤੇ ਜਦੋਂ ਨਾਮ ਨੂੰ ਜਪਦੇ ਹਾਂ ਅਤੇ ਫਿਰ ਨਾਮ ਨੂੰ ਜਪਦਿਆਂ ਸਾਨੂੰ ਧਰਮ ਦਾ ਗਿਆਨ ਹੋ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ। ਸਤਸੰਗਤ ਦਾ ਜਿਹੜਾ ਰਸਤਾ ਹੈ ਨਾ, ਇੱਥੋਂ ਸਾਨੂੰ ਧਰਮ ਦੇ ਬਾਰੇ ਪਤਾ ਲੱਗਦਾ ਹੈ ਕਿ ਇਹ ਧਰਮ ਕੀ ਹੈ ਅਤੇ ਕਿਵੇਂ ਅਸੀਂ ਇਸ ਰਸਤੇ 'ਤੇ ਚੱਲਣਾ ਹੈ। ਅਤੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ। ਪਰ ਇਹ ਜਿਹੜਾ ਸੱਚ ਦਾ ਰਸਤਾ ਹੈ ਨਾ, ਇਹਨੂੰ ਸਾਰੇ ਨਹੀਂ ਗੁਰੂ ਪਿਆਰੀ ਸਾਧ ਸੰਗਤ ਜੀ ਪ੍ਰਾਪਤ ਕਰਦੇ। ਕੋਈ ਵਿਰਲਾ ਹੀ ਹੁੰਦਾ ਹੈ, ਕੋਈ ਵੱਡਿਆਂ ਭਾਗਾਂ ਵਾਲਾ ਹੀ ਪ੍ਰਾਪਤ ਇਸ ਨੂੰ ਕਰਦਾ ਹੈ। ਕਿਉਂਕਿ ਆਪਾਂ ਦੇਖਦੇ ਹਾਂ ਨਗਰ ਦੇ ਵਿੱਚ ਆਪਾਂ ਉਹ 'ਚ ਗਿਣਤੀ ਕਰਨੀ ਹੋਵੇ ਨਾ, ਅਤੇ ਬੜੀ ਗਿਣਤੀ ਹੋ ਜਾਂਦੀ, ਹਜ਼ਾਰਾਂ ਦੇ ਵਿੱਚ ਹੀ ਇਨਸਾਨ ਰਹਿੰਦੇ ਨੇ ਨਗਰ ਦੇ ਵਿੱਚ। ਪਰ ਜੇ ਧਰਮ ਦੀ ਗਿਣਤੀ ਕਰਨੀ ਹੈ ਕਿ ਕਿੰਨੇ ਕੁ ਲੋਕ ਧਰਮ 'ਤੇ ਚੱਲਣ ਵਾਲੇ ਨੇ, ਅਤੇ ਉਹ ਫਿਰ ਸਾਨੂੰ ਗੁਰੂ ਘਰ ਤੋਂ ਪਤਾ ਲੱਗਦਾ ਹੈ ਕਿ ਕਿੰਨੇ ਕੁ ਸੱਚ ਦੇ ਰਸਤੇ 'ਤੇ ਚੱਲਦੇ ਨੇ। ਅਤੇ ਇੱਥੇ ਆ ਕੇ ਭਾਵੇਂ ਉਂਗਲਾਂ 'ਤੇ ਤੁਸੀਂ ਗਿਣਤੀ ਕਰ ਲਓ, 10 20 50 ਹੋਣਗੇ, ਇਹਦੇ ਤੋਂ ਜ਼ਿਆਦਾ ਨਹੀਂ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜੇ ਵੱਡੇ ਭਾਗਾਂ ਵਾਲੇ ਨੇ ਨਾ, ਉਹ ਸਤਸੰਗਤ ਦੇ ਵਿੱਚ ਆ ਕੇ ਨਾਮ ਜਪਦੇ ਨੇ, ਬਾਣੀ ਪੜ੍ਹਦੇ ਨੇ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ, ਕੋਈ ਵੱਡਿਆਂ ਭਾਗਾਂ ਵਾਲਾ ਹੀ ਸਤਸੰਗਤ ਨੂੰ ਪ੍ਰਾਪਤ ਕਰਦਾ ਏ, ਨਾਮ ਨੂੰ ਜਪਦਾ ਏ, ਸੇਵਾ ਤੇ ਸਿਮਰਨ ਕਰਦਾ ਏ। ਕੋੜ ਜਨਮ ਕੇ ਕਿਲ ਵੇਖ ਨਾਸੇ, ਹਰ ਚਰਣੀ ਚਿਤ ਲਾਏ। ਜਦੋਂ ਸਤਸੰਗਤ ਕਰਦੇ ਹਾਂ, ਨਾਮ ਜਪਦੇ ਹਾਂ, ਬਾਣੀ ਪੜ੍ਹਦੇ ਹਾਂ, ਜਦੋਂ ਅਸੀਂ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਾਂ, ਅਤੇ ਫਿਰ ਸਾਨੂੰ ਮਿਲਦਾ ਕੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਸਾਡਾ ਜੀਵਨ ਕਿਵੇਂ ਬਦਲਦਾ ਹੈ ਨਾਮ ਜਪ ਕੇ, ਬਾਣੀ ਪੜ੍ਹ ਕੇ। ਅਤੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜਿਹੜਾ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ ਨਾ, ਉਹਦੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਜਿਹੜੇ ਪਾਪ ਨੇ ਨਾ, ਉਹ ਨਾਸ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਹਰ ਚਰਣੀ ਚਿਤ ਲਾਏ। ਕਦੋਂ? ਜਦੋਂ ਅਸੀਂ ਆਪਣੇ ਚਿੱਤ ਨੂੰ ਗੁਰੂ ਦੇ ਚਰਨਾਂ ਦੇ ਨਾਲ ਲਾ ਲੈਂਦੇ ਹਾਂ, ਜਦੋਂ ਗੁਰੂ ਦੇ ਨਾਮ ਦੇ ਨਾਲ ਜੁੜ ਜਾਂਦੇ ਹਾਂ ਨਾ, ਫਿਰ ਸਾਡੇ ਕੀਤੇ ਹੋਏ ਜਿਹੜੇ ਪਾਪ ਨੇ ਉਹ ਸਾਰੇ ਹੀ ਖਤਮ ਹੋ ਜਾਂਦੇ ਨੇ, ਨੱਸ ਜਾਂਦੇ ਨੇ, ਭੱਜ ਜਾਂਦੇ ਨੇ, ਦੂਰ ਹੋ ਜਾਂਦੇ ਨੇ। ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ। ਆਪਣੇ ਗੁਰੂ ਦੀ ਹਮੇਸ਼ਾ ਹੀ ਪਾਤਸ਼ਾਹ ਜੀ ਕਹਿੰਦੇ ਨੇ ਉਸਤਤ ਕਰੋ, ਆਪਣੇ ਗੁਰੂ ਦਾ ਹਮੇਸ਼ਾ ਹੀ ਨਾਮ ਜਪੋ, ਆਪਣੇ ਗੁਰੂ ਦੀ ਹਮੇਸ਼ਾ ਬਾਣੀ ਪੜ੍ਹੋ, ਜਿਸ ਗੁਰੂ ਨੇ ਸਾਡੀ ਕਲਯੁਗ ਦੇ ਵਿੱਚ ਰੱਖਿਆ ਕੀਤੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਮਾਲਕ ਨੇ ਸਾਡੀ ਰੱਖਿਆ ਕੀਤੀ ਹੈ ਕਲਯੁਗ ਦੇ ਅੰਦਰ, ਸਾਨੂੰ ਮਾਤਾ ਦੇ ਗਰਭ ਦੇ ਵਿੱਚੋਂ ਬਚਾਇਆ ਹੈ, ਸੰਸਾਰ ਦੇ ਵਿੱਚ ਆਏ ਹਾਂ, ਸੰਸਾਰ ਦੀਆਂ ਬੁਰਾਈਆਂ ਤੋਂ ਸਾਨੂੰ ਬਚਾਇਆ ਹੈ। ਜਦੋਂ ਸੰਸਾਰ ਨੂੰ ਛੱਡ ਕੇ ਜਾਣਾ ਹੈ ਅਤੇ ਜਮਾਂ ਦੀ ਫਾਹੀ ਤੋਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਬਚਾਉਣਗੇ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ, ਆਪਣੇ ਮਾਲਕ ਦੀ ਉਸਤਤ ਕਰੋ। ਆਦ ਜੁਗਾਦ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾਂ। ਉਹ ਹਰ ਵੇਲੇ ਪਰਮਾਤਮਾ ਜੀ ਸਾਡੀ ਰੱਖਿਆ ਕਰਨ ਵਾਲੇ ਨੇ, ਨਾਮ ਜਪਣ ਵਾਲਿਆਂ ਦੀ। ਅਤੇ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਤਾਂ ਉਸ ਮਾਲਕ ਦੀ ਉਸਤਤ ਕਰ ਕਰਕੇ ਹੀ ਜਿਉਣਾ ਹਾਂ। ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਨੇ, ਆਪਣੇ ਮਾਲਕ ਦੀ ਉਸਤਤ ਕਰੋ, ਆਪਣੇ ਮਾਲਕ ਦੇ ਗੁਣ ਗਾਓ, ਆਪਣੇ ਮਾਲਕ ਦੇ, ਆਪਣੇ ਗੁਰੂ ਦੀ ਸਿਫਤ ਕਰੋ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਆਪਣੇ ਮਾਲਕ ਦੀ ਵਾਹ ਵਾਹ ਕਰੋ,
ਜਿਸ ਮਾਲਕ ਨੇ ਸਾਡੀ ਰੱਖਿਆ ਕੀਤੀ ਹੈ। ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸਾਖੀ। ਪਾਤਸ਼ਾਹ ਜੀ ਸਮਝਾਉਂਦੇ ਨੇ ਇਹ ਗੱਲ ਗੁਰੂ ਦੀ ਬਿਲਕੁਲ ਸੱਚੀ ਹੈ, ਇਹਦੇ ਵਿੱਚ ਕੁਝ ਵੀ ਝੂਠ ਨਹੀਂ ਹੈ। ਜਿਹੜਾ ਆਪਣੇ ਗੁਰੂ ਦੀ ਰੱਖਿਆ, ਜਿਹੜਾ ਆਪਣੇ ਗੁਰੂ ਦੇ ਨਾਮ ਨੂੰ ਜਪਦਾ ਏ, ਜਿਹੜਾ ਆਪਣੇ ਗੁਰੂ ਦੀ ਉਸਤਤ ਨੂੰ ਕਰਦਾ ਏ, ਜਿਹੜਾ ਆਪਣੇ ਗੁਰੂ ਦੇ ਗੁਣ ਗਾਉਂਦਾ ਏ, ਗੁਰੂ ਜੀ ਫਿਰ ਉਹਨਾਂ ਦੀ ਰੱਖਿਆ ਕਰਦੇ ਨੇ। ਜੀ ਜਨ ਸਭ ਭਏ ਪਵਿੱਤਰਾ, ਗੁਰੂ ਦੀ ਕਿਰਪਾ ਦੇ ਨਾਲ ਜੀਵ ਜੰਤੂ ਸਾਰੇ ਪਵਿੱਤਰ ਹੋ ਜਾਂਦੇ ਨੇ, ਸਾਰਿਆਂ ਦੇ ਪਾਪ ਨਾਸ ਹੋ ਜਾਂਦੇ ਨੇ। ਜਿਹੜੇ ਜਿਹੜੇ ਗੁਰੂ ਦੀ ਬਾਣੀ ਨੂੰ ਸੁਣਦੇ ਨੇ, ਜਿਹੜੇ ਜਿਹੜੇ ਨਾਮ ਨੂੰ ਹਿਰਦੇ ਵਿੱਚ ਵਸਾਉਂਦੇ ਨੇ, ਉਹ ਪਵਿੱਤਰ ਹੋ ਜਾਂਦੇ ਨੇ। ਪਾਤਸ਼ਾਹ ਜੀ ਕਹਿੰਦੇ ਨੇ ਇਹ ਗੱਲ ਬਿਲਕੁਲ ਸੱਚ ਹੈ। ਨਾਮ ਨੂੰ ਜਪ ਕੇ ਸੂਖਮ ਤੋਂ ਸੂਖਮ ਜੀਵ ਵੀ ਜਿਹੜੇ ਨੇ ਉਹ ਵੀ ਸੰਸਾਰ ਦੇ ਵਿੱਚ ਪਵਿੱਤਰ ਹੋ ਜਾਂਦੇ ਨੇ। ਬਾਣੀ ਨੂੰ ਸੁਣ ਕੇ ਜਿਹੜੇ ਜੀਵ ਸਾਨੂੰ ਦਿਖਾਈ ਨਹੀਂ ਨਾ ਦਿੰਦੇ ਪਰ ਹੈਗੇ ਨੇ, ਜਦੋਂ ਨਾਮ ਸੁਣਦੇ ਨੇ ਉਹ ਵੀ ਪਵਿੱਤਰ ਹੋ ਜਾਂਦੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ ਇਹ ਗੱਲ ਬਿਲਕੁਲ ਪਾਤਸ਼ਾਹ ਜੀ ਕਹਿੰਦੇ ਨੇ ਸੱਚੀ ਹੈ। ਬਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਬਿਘਨਾਂ ਨੂੰ ਨਾਸ ਕਰਨ ਵਾਲੇ ਨੇ। ਬਿਘਨ ਬਿਨਾਸਨ, ਜਿਹੜੇ ਸਾਡੇ ਬਿਘਨ ਨੇ ਨਾ, ਸਾਡੇ ਦੁੱਖ ਨੇ, ਉਹਨਾਂ ਨੂੰ ਦੂਰ ਕਰਨ ਵਾਲੇ ਨੇ। ਸਭ ਦੁੱਖ ਨਾਸਨ, ਦੁੱਖ ਵੀ ਦੂਰ ਕਰ ਦਿੰਦੇ ਨੇ ਪਰਮਾਤਮਾ ਜੀ, ਦੁੱਖਾਂ ਨੂੰ ਮਿਟਾਉਣ ਵਾਲੇ ਨੇ। ਸਤਿਗੁਰ ਨਾਮ ਦ੍ਰਿੜਾਇਆ, ਕਦੋਂ? ਜਦੋਂ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਦ੍ਰਿੜਾਉਂਦੇ ਹਾਂ, ਆਪਣੇ ਮਨ ਦੇ ਵਿੱਚ ਪੱਕਾ ਕਰ ਲੈਂਦੇ ਹਾਂ ਕਿ ਜੋ ਮਰਜ਼ੀ ਹੋ ਜਾਵੇ ਗੁਰੂ ਪਿਆਰੀ ਸਾਧ ਸੰਗਤ ਜੀ, ਅਬ ਹਮ ਚਲੀ ਠਾਕੁਰ ਪਹਿਹਾਰ, ਜਬ ਮੈਂ ਸ਼ਰਨ ਪ੍ਰਭੂ ਕੀ ਆਏ, ਰਾਖ ਪ੍ਰਭੂ ਭਾਵੇਂ ਮਾਰ। ਮਾਲਕ ਜੀ ਅਸੀਂ ਤੇਰੀ ਸ਼ਰਨ ਦੇ ਵਿੱਚ ਆ ਗਏ ਹਾਂ, ਰੱਖ ਲਓ ਅਤੇ ਭਾਵੇਂ ਮਾਰ ਲਓ, ਜਿਵੇਂ ਤੁਹਾਨੂੰ ਚੰਗਾ ਲੱਗਦਾ ਏ। ਅਸੀਂ ਤਾਂ ਤੇਰਾ ਦਰ ਛੱਡ ਕੇ ਹੋਰ ਕਿਸੇ ਦਰ 'ਤੇ ਨਹੀਂ ਜਾਣਾ, ਅਸੀਂ ਤਾਂ ਤੇਰਾ ਨਾਮ ਹੀ ਜਪਣਾ ਹੈ। ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਮੈਂ ਤਾਂ ਸਾਰਾ ਕੁਝ ਛੱਡ ਕੇ ਹੁਣ ਕੇਵਲ ਅਤੇ ਕੇਵਲ ਤੈਨੂੰ ਹੀ ਧਿਆਉਣਾ ਆ, ਤੈਨੂੰ ਹੀ ਆਪਣੇ ਮਨ ਦੇ ਵਿੱਚ ਵਸਾਉਣਾ ਆ, ਤੇਰਾ ਹੀ ਸਿਮਰਨ ਕਰਨਾ ਹੈ। ਇਸ ਕਰਕੇ ਪਾਤਸ਼ਾਹ ਜੀ ਸਮਝਾਉਂਦੇ ਨੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ, ਸਾਰੇ ਪਾਪ ਖਤਮ ਹੋ ਜਾਂਦੇ ਨੇ ਜਦੋਂ ਅਸੀਂ ਇਹ ਗੱਲ ਨੂੰ ਆਪਣੇ ਮਨ ਦੇ ਵਿੱਚ ਪੱਕਾ ਦ੍ਰਿੜ ਕਰ ਲੈਂਦੇ ਹਾਂ ਕਿ ਪਾਤਸ਼ਾਹ ਜੀ ਤੈਨੂੰ ਛੱਡ ਕੇ ਹੋਰ ਕਿਸੇ ਦਰ 'ਤੇ ਨਹੀਂ ਜਾਣਾ। ਅਸੀਂ ਤਾਂ ਹਉ ਕੂਕਰ ਤੇਰਾ ਦਰਬਾਰ, ਭੌਂਕੇ ਆਗੈ ਬਦਨ ਪਸਾਰ। ਮਾਲਕ ਜੀ ਅਸੀਂ ਤਾਂ ਤੇਰੇ ਦਰ ਦੇ ਕੁੱਤੇ ਹਾਂ, ਅਸੀਂ ਤਾਂ ਤੇਰੇ ਦਰ ਦੇ ਗੁਲਾਮ ਬਣ ਕੇ ਰਹਿਣਾ ਹੈ। ਤੇਰੇ ਦਰ 'ਤੇ ਰਹਿ ਕੇ ਤੇਰੀ ਹੀ ਉਸਤਤ ਕਰਨੀ ਹੈ, ਤੇਰੇ ਦਰ 'ਤੇ ਰਹਿ ਕੇ ਤੇਰੇ ਹੀ ਗੁਣ ਗਾਉਣੇ ਨੇ, ਤੇਰਾ ਹੀ ਨਾਮ ਜਪਣਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਅਸੀਂ ਐਸੇ ਨਾਮ ਨੂੰ ਦ੍ਰਿੜ ਕਰ ਲੈਂਦੇ ਹਾਂ ਅਤੇ ਵਿਘਨ ਵੀ ਦੂਰ ਹੋ ਜਾਂਦੇ ਨੇ ਅਤੇ ਦੁੱਖ ਵੀ ਭੱਜ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਅਖੀਰਲੀਆਂ ਪੰਕਤੀਆਂ ਦੇ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਕਰਕੇ ਸਮਝਾਉਂਦੇ ਨੇ ਕਿ ਸਾਰਿਆਂ ਦੇ ਪਾਪ ਜਿਹੜੇ ਨੇ ਨਾਸ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਖੋਏ ਪਾਪ ਖਤਮ ਹੋ ਜਾਂਦੇ ਨੇ ਅਤੇ ਪਵਿੱਤਰ ਹੋ ਜਾਂਦੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ ਪਾਪਾਂ ਦੇ ਨਾਸ ਹੋਣ ਕਰਕੇ ਸਾਰੇ ਪਵਿੱਤਰ ਹੋ ਜਾਂਦੇ ਨੇ ਜਿਹੜੇ ਨਾਮ ਜਪਦੇ ਨੇ, ਜਿਹੜੇ ਬਾਣੀ ਪੜ੍ਹਦੇ ਨੇ। ਅਤੇ ਜਨ ਨਾਨਕ ਸੁਖ ਘਰ ਆਇਆ, ਅਤੇ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਦੇ ਘਰ ਦੇ ਵਿੱਚ ਸੁੱਖ ਆ ਜਾਂਦਾ ਹੈ, ਉਹਨਾਂ ਦੇ ਘਰ ਦੇ ਵਿੱਚ ਸ਼ਾਂਤੀ ਆ ਜਾਂਦੀ ਹੈ, ਸੁੱਖ ਪ੍ਰਾਪਤ ਹੋ ਜਾਂਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਗੁਰਮੁਖਾਂ ਨੂੰ ਜਿਹੜੇ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ, ਜਿਹੜੇ ਪਰਮਾਤਮਾ ਦੀ ਬਾਣੀ ਨੂੰ ਪੜ੍ਹਦੇ ਨੇ, ਪਰਮਾਤਮਾ ਰੂਪੀ ਜਿਹੜਾ ਸੁੱਖ ਹੈ ਨਾ ਉਹ ਸਾਡੇ ਹਿਰਦੇ ਦੇ ਵਿੱਚ ਆ ਜਾਂਦਾ ਹੈ। ਪਰਮਾਤਮਾ ਜੀ ਸਾਡੇ ਹਿਰਦੇ ਦੇ ਵਿੱਚ ਵਸ ਜਾਂਦੇ ਨੇ, ਸਾਡੇ ਮਨ ਦੇ ਵਿੱਚ ਪਰਮਾਤਮਾ ਜੀ ਵਸ ਜਾਂਦੇ ਨੇ ਜਦੋਂ ਅਸੀਂ ਪਰਮਾਤਮਾ ਦੇ ਨਾਮ ਨੂੰ ਜਪਦੇ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜਿਹੜਾ ਸਾਡਾ ਹਿਰਦਾ ਹੈ ਨਾ ਇਹ ਉਹ ਪਰਮਾਤਮਾ ਜੀ ਦੇ ਰਹਿਣ ਦਾ ਫਿਰ ਘਰ ਬਣ ਜਾਂਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਫਿਰ ਪਰਮਾਤਮਾ ਜੀ ਸਾਡੇ ਮਨ ਦੇ ਵਿੱਚ ਆ ਕੇ ਵਸ ਜਾਂਦੇ ਨੇ। ਵਸਦੇ ਉਦੋਂ ਨੇ ਜਦੋਂ ਸਾਡੇ ਅੰਦਰੋਂ ਪਾਪ ਦੂਰ ਹੋ ਜਾਂਦੇ ਨੇ। ਇਹ ਨਹੀਂ ਕਿ ਸਾਡੇ ਅੰਦਰ ਪਾਪ ਵੀ ਹੋਣ, ਸਾਡੇ ਅੰਦਰ ਵਿਕਾਰ ਵੀ ਹੋਣ ਅਤੇ ਸਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਹੋਵੇ ਅਤੇ ਆਪਾਂ ਕਹੀਏ ਕਿ ਪਰਮਾਤਮਾ ਵੀ ਮੇਰੇ ਅੰਦਰ ਹੀ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਨੇ ਜਬ ਹਮ ਹੋਤੇ ਤਬ ਤੂੰ ਨਾਹੀਂ। ਪਾਤਸ਼ਾਹ ਜੀ ਜਦੋਂ ਸਾਡੇ ਮਨ ਦੇ ਅੰਦਰ ਹਉਮੈ ਹੰਕਾਰ ਵਿਸ਼ੇ ਵਿਕਾਰ ਸੀ ਉਦੋਂ ਤੁਸੀਂ ਨਹੀਂ ਸੀ ਸਾਡੇ ਮਨ ਦੇ ਵਿੱਚ ਵਸੇ। ਅਬ ਤੂੰ ਹੀ ਮੈਂ ਨਾਹੀਂ, ਹੁਣ ਪਾਤਸ਼ਾਹ ਜੀ ਤੁਸੀਂ ਮੇਰੇ ਮਨ ਦੇ ਵਿੱਚ ਵਸ ਗਏ ਹੋ। ਹੁਣ ਮੇਰੇ ਮਨ ਦੇ ਵਿੱਚ ਹਉਮੈ ਹੰਕਾਰ ਵਾਲੀ ਕੋਈ ਵੀ ਗੱਲ ਨਹੀਂ ਹੈ।
ਹਉਮੈ ਹੰਕਾਰ ਦੂਰ ਹੋ ਗਏ, ਪਾਪ ਖਤਮ ਹੋ ਗਏ ਅਤੇ ਇਨਸਾਨ ਨਾਮ ਜਪ ਕੇ ਪਵਿੱਤਰ ਹੋ ਗਿਆ ਅਤੇ ਪਰਮਾਤਮਾ ਜੀ ਵੀ ਹਿਰਦੇ ਵਿੱਚ ਆ ਕੇ ਵਸ ਗਏ ਅਤੇ ਨਾਮ ਜਪ ਕੇ ਹਿਰਦੇ ਰੂਪੀ ਘਰ ਦੇ ਵਿੱਚ ਸੁੱਖ ਵੀ ਪ੍ਰਾਪਤ ਹੋ ਗਏ। ਗੁਰੂ ਪਿਆਰੀ ਸਾਧ ਸੰਗਤ ਜੀ, ਇਸੇ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਬਾਰ-ਬਾਰ ਗੁਰਬਾਣੀ ਦੇ ਅੰਦਰ ਨਾਮ ਜਪਣ ਦੇ ਲਈ, ਬਾਣੀ ਪੜ੍ਹਨ ਦੇ ਲਈ, ਸੇਵਾ ਅਤੇ ਸਿਮਰਨ ਕਰਨ ਦੇ ਲਈ ਉਪਦੇਸ਼ ਕਰਦੇ ਨੇ। ਇਹ ਜੋ ਅੱਜ ਦਾ ਪਾਵਨ ਸ਼ਬਦ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਨਿਮਰਤਾ ਦੇ ਸਾਗਰ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਨੂੰ ਆਪਾਂ ਸਰਵਣ ਕੀਤਾ ਹੈ। ਪਾਤਸ਼ਾਹ ਜੀ ਕਿਰਪਾ ਕਰਨ, ਇਸੇ ਤਰ੍ਹਾਂ ਸਾਨੂੰ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜੀ ਰੱਖਣਾ ਤਾਂ ਜੋ ਸਾਡਾ ਜਿਹੜਾ ਜੀਵਨ ਹੈ ਉਹ ਸਫਲ ਹੋ ਸਕੇ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।